ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਬਾਣੀ ਦੀ ਸੰਥਿਆ ਆਰੰਭ ਕਰਨ ਤੋਂ ਪਹਿਲਾਂ ਕੁਝ ਵਿਚਾਰ ਇਸ ਬਾਣੀ ਦੇ ਸੰਬੰਧ ਵਿੱਚ। ਇਹ ਪਾਵਨ ਬਾਣੀ ਜਿੱਥੇ ਹਰ ਇੱਕ ਗੁਰਸਿੱਖ ਲਈ ਨਿਤਨੇਮ ਦਾ ਇੱਕ ਭਾਗ ਹੈ। ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ, ਇਹ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ, ਸੋ ਦਾ ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਦਾ ਸੰਧਿਆ ਵੇਲੇ ਦਾ ਨਿਤਨੇਮ। ਜਪਜੀ ਸਾਹਿਬ ਬਾਣੀ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਵਿੱਚ ਆਉਂਦੀ ਹੈ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਜਿਹੜੀਆਂ ਪੰਜ ਬਾਣੀਆਂ ਦਾ ਜਾਪ ਕੀਤਾ, ਖੰਡੇ ਬਾਟੇ ਨੂੰ ਤਿਆਰ ਕਰਨ ਵਾਸਤੇ, ਅੰਮ੍ਰਿਤ ਨੂੰ ਤਿਆਰ ਕਰਨ ਵਾਸਤੇ, ਉੱਥੇ ਵੀ ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ। ਇਸ ਪਾਵਨ ਬਾਣੀ ਦੀ ਰਚਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀ। ਇਸ ਪਾਵਨ ਬਾਣੀ ਵਿੱਚ ਕੁੱਲ 38 ਪੌੜੀਆਂ ਹਨ। ਹਰ ਇੱਕ ਗੁਰਸਿੱਖ, ਚਾਹੇ ਉਹ ਅੰਮ੍ਰਿਤਧਾਰੀ ਹੈ, ਕੇਸਾਧਾਰੀ ਹੈ, ਸਹਿਜਧਾਰੀ ਹੈ, ਕਿਸੇ ਵੀ ਅਵਸਥਾ ਦੇ ਵਿੱਚ ਹੈ, ਕਿਸੇ ਵੀ ਰੂਪ ਦੇ ਵਿੱਚ ਹੈ, ਕਿਸੇ ਵੀ ਦੇਸ਼ ਵਿੱਚ ਹੈ, ਜਪਜੀ ਸਾਹਿਬ ਦੀਆਂ ਤੁਕਾਂ, ਜਪਜੀ ਸਾਹਿਬ ਦਾ ਪਾਠ ਅਕਸਰ ਹੀ ਹਰ ਇੱਕ ਗੁਰਸਿੱਖ ਦੀ ਰਸਨਾ 'ਤੇ ਹੁੰਦਾ ਹੈ। ਕਿਉਂਕਿ ਬਚਪਨ ਤੋਂ ਹੀ ਇਹ ਪਾਠ ਅਸੀਂ ਗੁਰੂ ਘਰਾਂ ਤੋਂ ਸੁਣਦੇ ਆ ਰਹੇ ਹਾਂ। ਹਰ ਇੱਕ ਸਮੇਂ ਖੁਸ਼ੀ ਗਮੀ ਦੇ ਵਿੱਚ ਇਸ ਪਾਠ ਦਾ ਜਾਪ ਜਿਹੜਾ ਹੈ ਉਹ ਗੁਰਸਿੱਖ ਕਰਦਾ ਰਹਿੰਦਾ ਹੈ। ਇਸ ਪਾਠ ਦਾ ਮਹਾਤਮ ਇਹ ਦੱਸਿਆ ਗਿਆ ਹੈ ਕਿ ਜਿੰਨਾ ਵੀ ਵੱਧ ਆਪਾਂ ਅਭਿਆਸ ਇਸ ਪਾਠ ਦਾ ਕਰਦੇ ਹਾਂ, ਜਪਜੀ ਸਾਹਿਬ ਦਾ ਕਰਦੇ ਹਾਂ, ਬ੍ਰਹਮ ਗਿਆਨਤਾ ਦੀ ਪ੍ਰਾਪਤੀ ਹੁੰਦੀ ਹੈ। ਜੇਕਰ ਇਸ ਬਾਣੀ ਦੀ ਸੰਥਿਆ ਦੀ ਗੱਲ ਕਰੀਏ, ਜਪਜੀ ਸਾਹਿਬ ਬਾਣੀ ਲਗਾ ਮਾਤਰਾ ਦੇ ਹਿਸਾਬ ਨਾਲ ਬਹੁਤ ਮਹਿੰਗੀ ਬਾਣੀ ਹੈ। ਸਾਨੂੰ ਸੌਖੀ ਇਸ ਲਈ ਲੱਗਦੀ ਹੈ ਕਿ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਪਰ ਇਸ ਬਾਣੀ ਦੇ ਵਿੱਚ ਲਗਾ ਮਾਤਰਾ ਦੀ ਜਿਹੜੀ ਵਰਤੋਂ ਬਹੁਤ ਜ਼ਿਆਦਾ ਹੋਣ ਕਰਕੇ ਸਾਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਆਰੰਭ ਦੇ ਵਿੱਚ ਇਸ ਬਾਣੀ ਦੀ ਸੰਥਿਆ ਸੁਣੀ ਸੀ, ਪਰ ਇੱਕ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਇਹ ਪਹਿਲੀਆਂ ਪੰਜ ਪੌੜੀਆਂ ਦੀ ਸੰਥਿਆ ਆਪਾਂ ਦੁਬਾਰਾ ਕਰ ਰਹੇ ਹਾਂ। ਉਹ ਸਮੱਸਿਆ ਇਹ ਆਈ ਕਿ ਜੋ ਆਵਾਜ਼ ਦੇ ਨਾਲ ਤੁਹਾਨੂੰ ਡਿਸਪਲੇ ਦੇ ਉੱਪਰ ਪਾਠ ਜੋ ਨਜ਼ਰ ਆ ਰਿਹਾ ਹੈ, ਉਹਨਾਂ ਦਾ ਆਪਸੀ ਤਾਲਮੇਲ ਠੀਕ ਨਹੀਂ ਸੀ ਬੈਠ ਰਿਹਾ। ਖਾਸ ਕਰਕੇ ਸਮੱਸਿਆ ਨਵੇਂ ਗੁਰਮੁਖਾਂ ਨੂੰ ਅਤੇ ਜੋ ਬੱਚੇ ਸੰਥਿਆ ਕਰ ਰਹੇ ਨੇ ਉਹਨਾਂ ਨੂੰ ਇਹ ਸਮੱਸਿਆ ਆ ਰਹੀ ਸੀ। ਲਗਾਤਾਰ ਮੈਸੇਜ ਆ ਰਹੇ ਸਨ ਕਿ ਇਹ ਜੋ ਪਹਿਲੀਆਂ ਪੰਜ ਪੌੜੀਆਂ ਨੇ ਇਹਨਾਂ ਦੀ ਸੰਥਿਆ ਦੁਬਾਰਾ ਕਰਕੇ ਅਪਲੋਡ ਕੀਤੀ ਜਾਵੇ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਦੱਸਿਆ, ਅਤੇ ਇਸ ਲਈ ਇਹ ਪਹਿਲੀਆਂ ਪੰਜ ਪੌੜੀਆਂ ਦੀ ਸੰਥਿਆ ਦੁਬਾਰਾ ਤੋਂ ਆਪਾਂ ਅੱਜ ਅਪਲੋਡ ਕਰ ਰਹੇ ਹਾਂ, ਅਤੇ ਉਸੇ ਹੀ ਪਲੇਲਿਸਟ ਦੇ ਵਿੱਚ ਇਹ ਪੰਜ ਪੌੜੀਆਂ ਦੀ ਸੰਥਿਆ ਵੀ ਆਪਾਂ ਜਪਜੀ ਸਾਹਿਬ ਦੀ ਪਲੇਲਿਸਟ ਦੇ ਵਿੱਚ ਅਪਲੋਡ ਕਰ ਦਿਆਂਗੇ। ਸੋ ਵੱਧ ਤੋਂ ਵੱਧ ਆਪ ਸੰਥਿਆ ਕਰਨੀ ਅਤੇ ਹੋਰ ਵੀ ਅੱਗੇ ਬੱਚਿਆਂ ਨੂੰ ਇਸ ਪਾਵਨ ਬਾਣੀ ਦੀ ਸੰਥਿਆ ਦੇ ਨਾਲ ਆਪਾਂ ਜੋੜਨਾ ਹੈ। ਆਓ ਜੀ ਸੰਥਿਆ ਆਰੰਭ ਕਰੀਏ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੂਲ ਮੰਤਰ ਦੀ ਜੋ ਸੰਥਿਆ ਹੈ ਬਹੁਤ ਧਿਆਨ ਰੱਖਣਾ। ਸਭ ਤੋਂ ਪਹਿਲਾਂ ਇੱਕ ਓੰਕਾਰ, ਇਸ ਨੂੰ ਇੱਕ ਮਕਾਰ ਜਾਂ ਇੱਕ ਮਕਾਰ, ਇੱਕ ਓਂਕਾਰ ਇਸ ਤਰ੍ਹਾਂ ਕੁਝ ਨਹੀਂ ਕਹਿਣਾ। ਇੱਕ ਈੜੀ ਸਿਹਾਰੀ ਤੇ ਕੱਕਾ, ਇੱਕ। ਓ ਊੜੇ ਦਾ ਮੂੰਹ ਖੁੱਲ੍ਹਾ, ਅੰਗ ਐੜੇ ਤੇ ਟਿੱਪੀ, ਕਾਰ ਕੱਕੇ ਨੂੰ ਕੰਨਾਂ ਤੇ ਰਾਰਾ। ਇਹ ਉਚਾਰਨ ਵਿਧੀ ਹੈ।
एक मकार नहीं कहना ਜਾਂ एक ओट नहीं कहना, एक ओंकार सतनाम करता पुरख निरभਉ निर्वैर अकाल मूरत। अकाल, काल मूरत नहीं कहना, ऐड़ा जरूर लाउना है। अकाल मूरत अजूनी, ਇੱਥੇ भी ऐड़ा लाउना है, कल्ला जूनी नहीं कहना, जूनी सह भंग नहीं कहना, अजूनी। अजूनी ते सह भंग ਨੂੰ अलग अलग पढ़ना है, इकट्ठा नहीं पढ़ना। अजूनी सह भंग। गुर प्रसाद, गुर प्रसाद नहीं कहना, गुर प्रसाद प्रसाद। जप आद सच जुगाद सच है भी सच, नानक होसी भी सच। सोचै सोच न होवई, जे सोची लख वार। सोचै, इत्थे रुकांगे। सोच ना होवई, होवई होवी नहीं कहना, होवई होवई। वावा बोलण तो बाद ईड़ी बिहारी बोलनी है। जे सोची लख वार, कई गुरमुख पाठ करते हैं सोचे सोच ना होवई। सोचे चच्चे नूं ला दिंदे ने, चच्चे ते दुलावां लगियां, दुलावां ही लाउणियां ने। सोचा ते कई बिंदियां ला दिंदे ने। सोचे सोच ना होवई जे सोची नहीं। गुरमुख जनों बिंदी की वरतों भी नहीं करनी। जिथे जरूरत होई, बहुत ज़्यादा जरूरत होई, उत्थे बिंदी की वरतों आपां करांगे, नहीं तो कोशिश करांगे जिस तरह बाणी लिखी गई है उस तरह पढ़ी जाए। चुपै चुप ना होवई, होवई इन्हां पाठां दा खास ध्यान रखना। जे लाए रहा लिवतार, भुखिया भुख न उतरी। जे बन्ना पुरिया पहार, भुखिया भुख न उतरी। इस तरह नहीं करना, बिंदी नहीं लाउणी। भुखिया पाठ करांगे, भुखिया भुख न उतरी। जे बन्ना पुरिया पहार, सहस सियाणपा लख होहे। होहे पहले हाहे नूं होड़ा, दूजे हाहे नूं सिहारी। एक दीर्घ मात्रा, एक लघु मात्रा है। ता एक ना चलै नाल, किव सचियारा होईऐ। किव कूड़ै टुटै पाल, हुक्म रजाई चलना। नानक लिखिया नाल, नाल ते पाल। इन्हां विच कोशिश करनी है पाठां दे विच कि लल्ले दे पैर विच बिंदी ना लग जे। नाल जां पाल इस तरह नहीं करना। किव कूड़ै टुटै पाल, लल्ला सही करना है। इस तरह नानक लिखिया नाल। हुक्मी होवन आकार, हुक्म न कहया जाई। हुक्म न नन्ना मुक्ता है, कहया जाई। आकार पाठ करांगे, आकार नहीं, एड नूं करना लगा होया। हुक्मी होवन, होवन आकार। हुक्म न कहया जाई। हुक्मी होवन जी, हुक्म मिलै वडियाई। हुक्मी होवन जी, हुक्म मिलै वडियाई। हुक्मी उत्तम नीच, हुक्म लिख दुख सुख पाई। एक ना हुक्मी बख्शीस, एक हुक्मी सदा भवाई। भवाई हुक्म अंदर सब को, बाहर हुक्म ना कोय। नानक हुक्म जे बुझै, ता हउमै कहै ना कोय। गावै को ताण,
ਹੋਵੈ ਕਿਸੈ ਤਾਣ। ਗਾਵੈ ਕੋ ਦਾਤ ਜਾਣੈ ਨੀਸਾਨ। ਇਸ ਪੌੜੀ ਵਿੱਚ ਪਹਿਲੀਆਂ ਦੋ ਪੰਕਤੀਆਂ ਦੇ ਵਿਸ਼ਰਾਮ ਜਿਸ ਤਰ੍ਹਾਂ ਆਪਾਂ ਬੋਲ ਕੇ ਲਾਏ ਨੇ, ਤਾਣ ਤੇ ਦਾਤ ਤੇ ਲੱਗਣਗੇ, ਪਰ ਇਸ ਤੋਂ ਅੱਗੇ ਜਿੰਨੇ ਵਿਸ਼ਰਾਮ ਨੇ ਸਾਰੇ ਕੋ ਤੇ ਲੱਗਣਗੇ। ਗਾਵੈ ਕੋ ਗੁਣ ਵਡਿਆਈਆ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ। ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦਿਸੈ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਟੋਟ। ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈਦੇ ਥਕ ਪਾਹੇ। ਦਿੰਦਾ ਦੇ ਲੈਂਦੇ ਥਕ ਪਾਹੇ। ਇਸ ਤਰ੍ਹਾਂ ਨਹੀਂ ਕਰਨਾ, ਬਿੰਦੀ ਨਹੀਂ ਲਾਉਣੀ। ਦੇਦਾ ਦੇ ਲੈਦੇ ਥਕ ਪਾਹੇ, ਇਸ ਤਰ੍ਹਾਂ ਵੀ ਪਾਠ ਕੀਤਾ ਜਾ ਸਕਦਾ ਹੈ। ਨਵੇਂ ਜਿਹੜੇ ਗੁਰਮੁਖ ਜਨ ਪਹਿਲੀ ਵਾਰ ਸੰਥਿਆ ਕਰ ਰਹੇ ਨੇ, ਥੋੜ੍ਹਾ ਜਿਹਾ ਓਪਰਾ ਜ਼ਰੂਰ ਲੱਗੇਗਾ, ਪਰ ਜਦੋਂ ਜਿਵੇਂ ਜਿਵੇਂ ਤੁਸੀਂ ਅਭਿਆਸ ਕਰੋਗੇ ਤਾਂ ਤੁਹਾਨੂੰ ਬਹੁਤ ਆਸਾਨ ਲੱਗੇਗਾ। ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪਰਵਾਹ। ਇਹਨਾਂ ਪਾਠਾਂ ਨੂੰ ਰਾਹੋ ਤੇ ਵੇ ਪ੍ਰਵਾਹੋ ਇਸ ਤਰ੍ਹਾਂ ਨਹੀਂ ਕਰਨਾ, ਕਿਉਂਕਿ ਜੇ ਰਾਹੋ ਕਹਾਂਗੇ ਤਾਂ ਹਾਹੇ ਨੂੰ ਹੋੜਾ ਲੱਗੇਗਾ। ਰਾਹੋ, ਰਾਰੇ ਨੂੰ ਕੰਨਾ ਲੰਬਾ ਕਰਕੇ ਹਾਹੇ ਨੂੰ ਔਂਕੜ ਲੱਗੇਗੀ। ਇਸੇ ਤਰ੍ਹਾਂ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਇ। ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹਿ ਦੇਹ। ਦਾਤ ਕਰੇ ਦਾਤਾਰ। ਇਸ ਪੰਕਤੀ ਵਿੱਚ ਬਹੁਤਾਤ ਵਿੱਚ ਇਹ ਪਾਠ ਇਸ ਤਰ੍ਹਾਂ ਕੀਤਾ ਜਾਂਦਾ ਹੈ। ਆਖੇ ਮੰਗੇ ਦੇ ਦੇ। ਆਖੇ, ਹੁਣ ਸੁਣੋ, ਹਾਹੇ ਨੂੰ ਲੱਗੀ ਹੋਈ ਸਿਹਾਰੀ ਬਿਲਕੁਲ ਮਨਫੀ ਕਰ ਦਿੱਤੀ ਗਈ। ਧਿਆਨ ਰੱਖਣਾ ਹੈ, ਜੋ ਪਾਠ ਲਿਖਿਆ ਗਿਆ ਉਸੇ ਤਰ੍ਹਾਂ ਉਚਾਰਨ ਕਰਨਾ ਹੈ। ਆਖਹਿ ਮੰਗਹਿ, ਹਾਹੇ ਨੂੰ ਸਿਹਾਰੀ ਲੱਗੇਗੀ, ਲਾਉਣੀ ਵੀ ਹੈ। ਇਸੇ ਤਰ੍ਹਾਂ ਦੱਦੇ ਨੂੰ ਲਾਂ ਲੱਗੀ ਹਾਹੇ ਨੂੰ ਸਿਹਾਰੀ ਹੈ। ਦੇਹ, ਦੱਦੇ ਨੂੰ ਲਾਂ ਲੰਬਾ ਕਰਾਂਗੇ। ਦੇ, ਹਾਹੇ ਨੂੰ ਸਿਹਾਰੀ ਹੈ। ਦੇਹ ਦੇਹ। ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ। ਜਿਤ ਦਿਸੈ ਦਰਬਾਰ। ਮੁਹਾਉ ਕੇ ਬੋਲਣ ਬੋਲੀਐ। ਮੰਮੇ ਨੂੰ ਔਂਕੜ, ਹਾਹੇ ਨੂੰ ਕਨੌੜਾ। ਮੁਹਾਉ, ਕਨੌੜਾ ਬੋਲਣਾ ਹੈ, ਮੂੰਹੋਂ ਨਹੀਂ ਕਹਿਣਾ। ਮੁਹਾਉ ਕੇ ਬੋਲਣ ਬੋਲੀਐ। ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ। ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ। ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ। ਸਭ ਆਪੇ ਸਚਿਆਰ। ਥਾਪਿਆ ਨਾ ਜਾਏ। ਕੀਤਾ ਨਾ ਹੋਏ। ਥਾਪਿਆ ਨਾ ਜਾਏ, ਈੜੀ ਨੂੰ ਸਿਹਾਰੀ। ਜੇ ਆਪਾਂ ਜਾਏ ਕਹਾਂਗੇ ਨਾ, ਜਾਏ, ਤਾਂ ਈੜੀ ਨੂੰ ਲਾਂ ਲੱਗ ਜੇਗੀ। ਥਾਪਿਆ ਨਾ ਜਾਏ, ਇਸ ਲਈ ਧਿਆਨ ਰੱਖਣਾ। ਥਾਪਿਆ ਨਾ ਜਾਏ, ਜੱਜੇ ਨੂੰ ਕੰਨਾ ਲੰਬਾ ਕਰਾਂਗੇ, ਈੜੀ ਸਿਹਾਰੀ ਛੋਟੀ ਮਾਤਰਾ ਹੈ, ਬੋਲੀ ਜਾਵੇਗੀ। ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ।
ਗਾਵੀਐ ਸੁਣੀਐ ਮਨ ਰੱਖੀਐ ਭਾਵ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਏ। ਇਸ ਪੰਕਤੀ ਵਿੱਚ ਪਾਠ ਆਏ ਨਾਦੰ ਅਤੇ ਵੇਦੰ। ਨਵੇਂ ਗੁਰਮੁਖਾਂ ਨੂੰ ਟਿੱਪੀ ਦੇ ਉਚਾਰਨ ਕਰਨੇ ਬੜੇ ਮੁਸ਼ਕਲ ਹੁੰਦੇ ਨੇ, ਤਾਂ ਉਹ ਇਸ ਪੰਕਤੀ ਦਾ ਪਾਠ ਕਰਦੇ ਆ ਇਸ ਤਰ੍ਹਾਂ ਉਚਾਰਨ ਕਰਦੇ ਨੇ, ਗੁਰਮੁਖ ਨਾਦ ਗੁਰਮੁਖ ਵੇਦ, ਟਿੱਪੀ ਨਹੀਂ ਲਾਉਂਦੇ। ਇਸ ਲਈ ਧਿਆਨ ਰੱਖਣਾ, ਗੁਰਮੁਖ ਨਾਦੰ, ਦੰ ਦੱਦੇ ਟਿੱਪੀ ਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ, ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਏ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।